ਪਿਆਰੇ ਵਿਦਿਆਰਥੀਓ ਅਤੇ ਅਧਿਆਪਕ ਸਾਥੀਓ, ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ। ਹੋਰ ਜਿਓਮੈਟਰੀਕਲ ਡਰਾਇੰਗ ਵੀਡੀਓ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ। ਜਮਾਤ 9ਵੀਂ ਸੈਕਟਰ ਨੰਬਰ 2। ਦਿੱਤੇ ਮਾਪਕ ਚਿੱਤਰ ਸਧਾਰਨ ਪਟੜਾ ਦਾ ਮੱਥਾ, ਪਾਸਾ ਅਤੇ ਤਲ ਬਣਾਓ। ਪੈਮਾਨਾ ਸਕੇਲ 1 ਸੈਂਟੀਮੀਟਰ ਬਰਾਬਰ ਹੈ 5 ਸੈਂਟੀਮੀਟਰ ਦੇ। ਸਕੇਲ ਦੀ ਕੁੱਲ ਲੰਬਾਈ ਆ 60 ਸੈਂਟੀਮੀਟਰ, ਚੌੜਾਈ 30 ਸੈਂਟੀਮੀਟਰ, ਉਚਾਈ 15 ਸੈਂਟੀਮੀਟਰ। ਸਭ ਤੋਂ ਪਹਿਲਾਂ ਅਸੀਂ ਸਕੇਲ ਦੀ ਲੰਬਾਈ ਅਤੇ ਉਚਾਈ ਨੂੰ ਵੇਖਾਂਗੇ। ਇਸ ਸਕੇਲ ਦੀ ਲੰਬਾਈ 60 ਸੈਂਟੀਮੀਟਰ ਹੈ, ਉਚਾਈ 15 ਸੈਂਟੀਮੀਟਰ ਹੈ। ਅਸੀਂ ਕਾਗਜ਼ ਨੂੰ, ਆਪਣੀ ਡਰਾਇੰਗ ਸ਼ੀਟ ਨੂੰ ਲੰਮੇ ਰੁੱਖ ਵਰਤਾਂਗੇ ਕਿਉਂਕਿ ਵੱਧ ਲੰਬਾਈ ਵਾਲੀ ਫਰਮਾਇਸ਼ ਪੇਜ ਦੀ ਵੱਧ ਲੰਬਾਈ ਵਾਲੇ ਪਾਸੇ ਹੀ ਆਵੇਗੀ। ਸਕੇਲ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਸਕੇਲ ਦੀ ਕੁੱਲ ਲੰਬਾਈ, ਜਿਸ ਵਿੱਚ ਦੋ ਫਰਮਾਇਸ਼ਾਂ ਆਉਂਦੀਆਂ ਹਨ, ਲੰਬਾਈ ਜੋੜ ਚੌੜਾਈ। ਲੰਬਾਈ ਸਾਡੇ ਕੋਲੇ 60 ਸੈਂਟੀਮੀਟਰ ਹੈ ਅਤੇ ਚੌੜਾਈ ਸਾਡੇ ਕੋਲੇ 30 ਸੈਂਟੀਮੀਟਰ ਹੈ। 60 ਤੇ 30 90। ਸਕੇਲ ਦੀ ਕੁੱਲ ਲੰਬਾਈ 90 ਸੈਂਟੀਮੀਟਰ ਹੈ। ਕੁੱਲ ਉਚਾਈ ਜੋੜ ਚੌੜਾਈ। ਉਚਾਈ ਸਾਡੇ ਕੋਲੇ 15 ਸੈਂਟੀਮੀਟਰ ਹੈ ਅਤੇ ਚੌੜਾਈ ਸਾਡੇ ਕੋਲੇ 30 ਸੈਂਟੀਮੀਟਰ ਹੈ। ਕੁੱਲ ਉਚਾਈ ਸਾਡੇ ਕੋਲੇ 45 ਸੈਂਟੀਮੀਟਰ ਹੈ। ਅਸੀਂ ਪਹਿਲਾਂ ਉਚਾਈ ਵਾਲੇ ਪਾਸੋਂ ਪੇਪਰ ਵੰਡ ਸ਼ੁਰੂ ਕਰਾਂਗੇ। ਪਹਿਲੀ ਸਕੇਲ ਵਿੱਚ ਵੀ ਦੱਸ ਚੁੱਕੇ ਹਾਂ, ਸਕੇਲ ਦੇ ਵਿੱਚ ਬਿਨਾਂ ਫਰਮਾਇਸ਼ ਤੋਂ ਕੋਈ ਲਾਈਨ ਨਹੀਂ ਲਾਉਣੀ। ਹਾਸ਼ੀਆ 2 ਸੈਂਟੀਮੀਟਰ ਛੱਡ ਕੇ ਲਾਓ, ਚਾਰੇ ਪਾਸੇ ਮਿਣ ਕੇ ਲਾਉਣਾ ਹੈ। ਅਸੀਂ ਉਚਾਈ ਵਾਲੇ ਪਾਸੇ ਤੋਂ ਸਕੇਲ ਦੀ ਪੇਪਰ ਵੰਡ ਸ਼ੁਰੂ ਕਰਾਂਗੇ। ਕੁੱਲ ਉਚਾਈ ਸਾਡੇ ਕੋਲੇ 45 ਸੈਂਟੀਮੀਟਰ ਹੈ, ਜੋ ਕਿ ਲੰਬਾਈ ਨਾਲੋਂ ਘੱਟ ਹੈ। ਇਸ ਲਈ ਅਸੀਂ ਪੇਜ ਦੀ ਘੱਟ ਫਰਮਾਇਸ਼ ਵਾਲੇ ਪਾਸੇ ਉਚਾਈ ਕੱਟਾਂਗੇ। ਸਕੇਲ ਲਓ 1.5 ਸੈਂਟੀਮੀਟਰ, ਹਾਸ਼ੀਏ ਦੇ ਕਿਨਾਰੇ ਤੋਂ ਕੁੱਲ ਉਚਾਈ 45 ਸੈਂਟੀਮੀਟਰ ਕੱਟੋ। ਹਾਸ਼ੀਏ ਦੇ ਕਿਨਾਰੇ ਤੋਂ ਕੁੱਲ ਉਚਾਈ 45 ਸੈਂਟੀਮੀਟਰ ਕੱਟੋ। ,45 ਸੈਂਟੀਮੀਟਰ ਤੇ ਨਿਸ਼ਾਨ ਲਾ ਕੇ ਫਰਮਾਇਸ਼ ਲਿਖੋ। ,45 ਸੈਂਟੀਮੀਟਰ। ਕੁੱਲ ਉਚਾਈ ਅਸੀਂ 45 ਸੈਂਟੀਮੀਟਰ ਕੱਟ ਲਈ ਹੈ। ਬਾਕੀ ਜੋ ਥਾਂ ਬਚੀ ਹੈ ਉਸ ਨੂੰ 5 ਬਰਾਬਰ ਭਾਗਾਂ ਵਿੱਚ ਵੰਡਣਾ ਹੈ। ਨਿਊਨ ਕੋਣ ਬਣਾਉਂਦਾ ਰੇਖਾ ਖੰਡ ਖਿੱਚੋ।
ਪ੍ਰਕਾਰ ਦੀ ਸਹਾਇਤਾ ਨਾਲ 5 ਬਰਾਬਰ ਭਾਗ ਕਰੋ। नंबर लिखो। अखीरले भाग नूं हाशिए दे कॉर्नर नाल मिलाओ। क्रमवार 4 ਵਿੱਚੋਂ 3 ਵਿੱਚੋਂ 2 ਵਿੱਚੋਂ ਅਤੇ 1 ਨੰਬਰ ਵਿੱਚੋਂ 5 ਨੰਬਰ ਰੇਖਾਖੰਡ ਦੇ ਸਮਾਨ ਅੰਤਰ ਰੇਖਾਖੰਡ ਖਿੱਚੋ। ਰੇਖਾਖੰਡ ਨੂੰ 5 ਨੰਬਰ ਤੇ ਸੈੱਟ ਕਰੋ। पंज नंबर रेखाखंड ते सैट स्क्वायर नूं सैट करो। 4 विचों दी 3 विचों दी 2 विचों दी अते 1 विचों दी समान अंतर रेखावां खिंचो। प्रकार की सहायता नाल 2 भागां की पमैश करो। 2 भाग हेठां कटो, 2 भाग उपरले पासे कटो। पैमाने की सहायता नाल रेखावां नूं आपस विच मिलाओ। फालतू स्थान दे विचों 2 भाग हेठां 2 भाग उपर छड्ड दिते हैं। 1 भाग जो बाकी बचा है वो अपने आप एलीवेशन अते प्लान दे विचकार रह जाएगा। हाइट कल्ली उचाई की पमैश करो। उचाई साढ़े कोले 15 सेंटीमीटर है। उचाई वाले पासे 15 सेंटीमीटर से निशान लाओ। रेखाखंड नूं मिलाओ। लाइन नूं हाशिए तो अगे वधाओ। ये साडी XY रेखा है। उचाई दे विचों कल्ली उचाई असीं कट चुके हाँ। साडे कोले चौड़ाई बाकी है। चौड़ाई साडी 30 सेंटीमीटर है। हेठली लाइन तो उपर नूं 30 सेंटीमीटर कटो।
ਰੇਖਾ ਖੰਡ ਨੂੰ ਮਿਲਾਓ। ਉਚਾਈ ਵਾਲੇ ਪਾਸੇ ਸਾਡੀ ਪੇਪਰ ਵੰਡ ਹੋ ਚੁੱਕੀ ਹੈ। ਇੱਕ ਵਾਰੀ ਰਿਪੀਟ ਕਰਦੇ ਹਾਂ। ਹਾਸ਼ੀਏ ਦੇ ਕਾਰਨਰ ਤੋਂ ਕੁੱਲ ਉਚਾਈ 45 ਸੈਂਟੀਮੀਟਰ ਹੈ। 45 ਸੈਂਟੀਮੀਟਰ ਕੱਟੋ। ਫਾਲਤੂ ਸਥਾਨ ਨੂੰ 5 ਬਰਾਬਰ ਭਾਗਾਂ ਵਿੱਚ ਵੰਡੋ। 2 ਭਾਗ ਹੇਠਾਂ ਲਾਓ, 2 ਭਾਗ ਉੱਪਰਲੇ ਪਾਸੇ ਲਾਓ। ਉੱਪਰਲੇ ਭਾਗ ਵਾਲੀ ਲਾਈਨ ਤੋਂ ਹੇਠਾਂ ਇਕੱਲੀ ਉਚਾਈ ਕੱਟੋ। ਉਚਾਈ ਸਾਡੇ ਕੋਲੇ 15 ਸੈਂਟੀਮੀਟਰ ਹੈ। 15 ਸੈਂਟੀਮੀਟਰ ਕੱਟੋ। ਫਿਰ ਹੇਠਲੀ ਲਾਈਨ ਤੋਂ ਉੱਪਰ ਨੂੰ 30 ਸੈਂਟੀਮੀਟਰ ਕੱਟੋ। ਚੌੜਾਈ ਕੱਟੋ। ਇੱਥੇ ਹੇਠਲੀ ਲਾਈਨ ਤੋਂ ਉੱਪਰ 30 ਸੈਂਟੀਮੀਟਰ ਕੱਟੋ। ਦੋਨੇ ਪਾਸੇ ਕੱਟੋ ਅਤੇ ਰੇਖਾ ਖੰਡਾਂ ਨੂੰ ਆਪਸ ਵਿੱਚ ਮਿਲਾਓ। XY ਰੇਖਾ ਖੰਡ ਨੂੰ ਪੱਕਾ ਕਰੋ। ਉਚਾਈ ਵਾਲੇ ਪਾਸੇ ਤੋਂ ਪੇਪਰ ਵੰਡ ਸਾਡੀ ਹੋ ਚੁੱਕੀ ਹੈ। ਹੁਣ ਅਸੀਂ ਲੰਬਾਈ ਵਾਲੇ ਪਾਸੇ ਪੇਪਰ ਵੰਡ ਕਰਾਂਗੇ। ਕੁੱਲ ਲੰਬਾਈ ਸਾਡੀ 90 ਸੈਂਟੀਮੀਟਰ ਹੈ। ਹਾਸ਼ੀਏ ਦੇ ਕਾਰਨਰ ਤੋਂ 90 ਸੈਂਟੀਮੀਟਰ ਕੱਟੋ। 90 ਸੈਂਟੀਮੀਟਰ 'ਤੇ ਨਿਸ਼ਾਨ ਲਾਓ। ਕੁੱਲ ਲੰਬਾਈ ਵਾਲੀ ਫਰਮਾਇਸ਼ ਲਿਖੋ। 90 ਸੈਂਟੀਮੀਟਰ। ਬਾਕੀ ਸਥਾਨ ਜੋ ਬਚ ਗਿਆ ਹੈ ਉਸ ਨੂੰ 3 ਬਰਾਬਰ ਭਾਗਾਂ ਵਿੱਚ ਵੰਡੋ। ਨਿਊਨ ਕੋਣ ਬਣਾਉਂਦਾ ਰੇਖਾ ਖੰਡ ਖਿੱਚੋ। ਪ੍ਰਕਾਰ ਦੀ ਸਹਾਇਤਾ ਨਾਲ 3 ਬਰਾਬਰ ਭਾਗ ਕੱਟੋ ਨਿਊਨ ਕੋਣ ਵਾਲੀ ਲਾਈਨ 'ਤੇ। एक नंबर, 2 नंबर, 3 नंबर। अखीरले रेखा खंड नूं 3 नंबर नूं हाशिए दे कॉर्नर नाल मिलाओ। अखीरले रेखा खंड के समान अंतर दो विचों दी
ਰੇਖਾਖੰਡ ਲਾਓ। ਇੱਕ ਵਿੱਚੋਂ ਦੀ ਰੇਖਾਖੰਡ ਲਾਓ। ਇਸ ਤਰ੍ਹਾਂ ਅਸੀਂ ਫਾਲਤੂ ਸਥਾਨ ਨੂੰ 3 ਬਰਾਬਰ ਭਾਗਾਂ ਵਿੱਚ ਵੰਡ ਲਵਾਂਗੇ। ਇੱਕ ਭਾਗ ਦੀ ਪਮੈਸ਼ ਕਰੋ। ਪਹਿਲਾਂ ਲੱਗੇ ਰੇਖਾਖੰਡ ਉੱਪਰ ਕੱਟੋ। ਇੱਕ ਨਿਸ਼ਾਨ ਉੱਪਰ ਲਾਓ, ਇੱਕ ਹੇਠਾਂ। ਇਸੇ ਤਰ੍ਹਾਂ ਹੀ ਪੇਜ ਦੇ ਦੂਸਰੇ ਪਾਸੇ ਨਿਸ਼ਾਨ ਲਾਓ। ਦੋਨੇ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾਓ। ਲੋੜੀਂਦੀਆਂ ਪੱਕੀਆਂ ਲਾਈਨਾਂ ਹੀ ਲਾਓ, ਫਾਲਤੂ ਲਾਈਨਾਂ ਨਾ ਲਾਓ। ਅਸੀਂ ਫਾਲਤੂ ਸਥਾਨ ਦੇ ਵਿੱਚੋਂ ਇੱਕ ਸਥਾਨ ਖੱਬੇ ਪਾਸੇ, ਇੱਕ ਸੱਜੇ ਪਾਸੇ ਛੱਡ ਦਿੱਤਾ ਹੈ। ਹੁਣ ਅਸੀਂ ਸਕੇਲ ਦੀ ਐਲੀਵੇਸ਼ਨ ਦੀ ਲੰਬਾਈ, ਇਕੱਲੀ ਲੰਬਾਈ ਸਾਡੇ ਕੋਲ 60 ਸੈਂਟੀਮੀਟਰ ਹੈ। 60 ਸੈਂਟੀਮੀਟਰ ਲਾਵਾਂਗੇ। ਪੈਮਾਨੇ ਦੀ ਸਹਾਇਤਾ ਨਾਲ 60 ਸੈਂਟੀਮੀਟਰ 'ਤੇ ਨਿਸ਼ਾਨ ਲਾਓ। ਚੌੜਾਈ 30 ਸੈਂਟੀਮੀਟਰ ਹੈ। ਚੌੜਾਈ ਸਕੇਲ ਦੀ 30 ਸੈਂਟੀਮੀਟਰ ਹੈ। 30 ਸੈਂਟੀਮੀਟਰ ਸੱਜੇ ਪਾਸੋਂ ਕੱਟਾਂਗੇ। 30 ਸੈਂਟੀਮੀਟਰ 'ਤੇ ਨਿਸ਼ਾਨ ਲਾਓ। ਰੇਖਾਖੰਡਾਂ ਨੂੰ ਆਪਸ ਵਿੱਚ ਮਿਲਾਓ। ਪ੍ਰੋਜੈਕਸ਼ਨ ਬਾਕਸ। ਪ੍ਰੋਜੈਕਸ਼ਨ ਬਾਕਸ ਦੇ ਕਰਨ ਨੂੰ ਮਿਲਾਉਣਾ ਹੈ। ਸਕੈਚ ਦੇ ਵਿੱਚ ਸਾਈਡ ਸਾਡੇ ਸੱਜੇ ਹੱਥ ਹੈ। ਸਕੈਚ ਦੇ ਵਿੱਚ ਸਾਈਡ ਵਾਲਾ ਪਾਸਾ ਸਾਡੇ ਸੱਜੇ ਹੱਥ ਹੈ। ਇਸ ਲਈ ਅਸੀਂ ਪ੍ਰੋਜੈਕਸ਼ਨ ਬਾਕਸ ਦੇ ਉੱਪਰਲੇ ਸੱਜੇ ਕਾਰਨਰ ਨੂੰ ਹੇਠਲੇ ਖੱਬੇ ਪਾਸੇ ਨਾਲ ਮਿਲਾਵਾਂਗੇ।
ਫਾਲਤੂ ਲਾਈਨ ਸਾਨੂੰ ਲਾਉਣ ਦੀ ਲੋੜ ਨਹੀਂ ਹੈ। ਇੱਕ ਵਾਰੀ ਦੁਬਾਰੇ ਵੇਖੋ। ਪ੍ਰੋਜੈਕਸ਼ਨ ਬਾਕਸ ਦੇ ਕਰਨ ਨੂੰ ਮਿਲਾਉਣ ਲਈ ਸਾਨੂੰ ਸਕੈਚ ਵਿੱਚੋਂ ਇਹ ਵੇਖਣਾ ਹੋਵੇਗਾ ਕਿ ਸਾਈਡ ਸਾਡੀ ਸੱਜੇ ਪਾਸੇ ਹੈ ਜਾਂ ਖੱਬੇ ਪਾਸੇ ਹੈ। ਜੇਕਰ ਸਾਈਡ ਸੱਜੇ ਪਾਸੇ ਹੈ ਤਾਂ ਸੱਜਾ ਉੱਪਰੋਂ ਸੱਜਾ ਕਾਰਨਰ ਹੇਠਲੇ ਖੱਬੇ ਨਾਲ ਮਿਲਾਵਾਂਗੇ। ਜੇਕਰ ਸਾਈਡ ਸਾਡੀ ਖੱਬੇ ਪਾਸੇ ਹੋਵੇ ਤਾਂ ਉੱਪਰੋਂ ਖੱਬਾ ਕਾਰਨਰ ਹੇਠਲੇ ਸੱਜੇ ਪਾਸੇ ਨਾਲ ਅਸੀਂ ਮਿਲਾਵਾਂਗੇ। ਸਾਡੀ ਸਕੇਲ ਦੀ ਲੰਬਾਈ ਵਾਲੇ ਪਾਸੋਂ ਅਤੇ ਉਚਾਈ ਵਾਲੇ ਪਾਸੋਂ ਪੇਪਰ ਵੰਡ ਹੋ ਚੁੱਕੀ ਹੈ। ਹੁਣ ਅਸੀਂ ਸਕੇਲ ਦੇ ਐਲੀਵੇਸ਼ਨ, ਸਾਈਡ ਅਤੇ ਪਲਾਨ ਨੂੰ ਪੂਰਾ ਕਰਾਂਗੇ। ਹੁਣ ਅਸੀਂ ਐਲੀਵੇਸ਼ਨ ਦੇ ਵਿੱਚ ਇਹ ਵੇਖਣਾ ਹੈ ਵੀ ਸਾਨੂੰ ਕੀ ਦਿਸਦਾ ਹੈ। ਐਲੀਵੇਸ਼ਨ ਸਾਡੇ ਲਾਲ ਰੰਗ ਵਾਲਾ ਹੈ। ਸਾਈਡ ਜਿਸ ਪਾਸੇ ਨੀਲਾ ਰੰਗ ਕਰਿਆ ਹੋਇਆ ਹੈ ਉਹ ਸਾਡੀ ਸਾਈਡ ਹੈ। ਜਦੋਂ ਅਸੀਂ ਉੱਪਰੋਂ ਵੇਖਦੇ ਹਾਂ ਤਾਂ ਸਾਨੂੰ ਹਰੇ ਰੰਗ ਵਾਲਾ ਪਾਸਾ ਦਿਸਦਾ ਹੈ ਜੋ ਕਿ ਸਾਡਾ ਤਲ ਹੈ। ਹੁਣ ਸਿਰਫ ਅਸੀਂ ਲਾਲ ਰੰਗ ਜਿਸ ਸਾਈਡ ਉੱਪਰ ਕਰਿਆ ਹੈ ਉਸ ਵਿੱਚ ਵੇਖਾਂਗੇ ਕਿ ਸਾਨੂੰ ਕੀ ਕੀ ਦਿਸਦਾ ਹੈ। ਸਭ ਤੋਂ ਪਹਿਲਾਂ ਉੱਪਰ 2 ਸੈਂਟੀਮੀਟਰ ਦੀ ਫੱਟੀ ਲੱਗੀ ਹੋਈ ਹੈ। ਇਹ ਫੱਟੀ ਸਾਈਡ ਵਿੱਚ ਵੀ ਹੈ, ਇਸ ਲਈ ਅਸੀਂ ਐਲੀਵੇਸ਼ਨ ਅਤੇ ਸਾਈਡ ਨੂੰ ਇਕੱਠਾ ਹੀ ਪੂਰਾ ਕਰਾਂਗੇ। दो सेंटीमीटर ਤੇ ਨਿਸ਼ਾਨ ਲਾਓ। साइड वाले पासे 2 सेंटीमीटर ਤੇ निशान लाओ। पक्कियां लाइनां लाओ। एलीवेशन ਅਤੇ साइड ਵਿੱਚ ਅਸੀਂ ਉੱਪਰਲੀ ਫੱਟੀ ਲਾ ਚੁੱਕੇ ਹਾਂ। ਇਸ ਤਰ੍ਹਾਂ ਅਸੀਂ ਐਲੀਵੇਸ਼ਨ ਅਤੇ ਸਾਈਡ ਨਾਲ ਦੀ ਨਾਲ ਪੂਰਾ ਕਰ ਸਕਦੇ ਹਾਂ। ਹੁਣ ਐਲੀਵੇਸ਼ਨ ਦੇ ਵਿੱਚ ਸਾਨੂੰ ਫੱਟੀ ਦੇ ਪਾਵੇ ਦਿਖਦੇ ਹਨ ਜੋ ਕਿ 5-5 ਸੈਂਟੀਮੀਟਰ ਦੇ ਹਨ। ਪੰਜ ਸੈਂਟੀਮੀਟਰ ਦੇ ਨਿਸ਼ਾਨ ਲਾਓ। ਸਾਡੇ ਪਾਵੇ ਅਤੇ ਉੱਪਰਲੀ ਫੱਟੀ ਅਸੀਂ ਲਾ ਚੁੱਕੇ ਹਾਂ। ਐਲੀਵੇਸ਼ਨ ਸਾਡਾ ਕੰਪਲੀਟ ਹੋ ਚੁੱਕਾ ਹੈ। ਹੁਣ ਅਸੀਂ ਸਾਈਡ ਦੇ ਵਿੱਚ ਵੇਖਾਂਗੇ। ਸਾਈਡ ਦੇ ਵਿੱਚ ਵੀ ਅਸੀਂ ਫੱਟੀ ਲਾ ਚੁੱਕੇ ਹਾਂ। ਸਿਰਫ ਇੱਕੋ ਹੀ ਫੱਟੀ ਲੱਗੀ ਹੋਈ ਹੈ 2 ਸੈਂਟੀਮੀਟਰ ਦੀ, ਉਹ ਅਸੀਂ ਲਾ ਚੁੱਕੇ ਹਾਂ। ਤਲ ਦੇ ਵਿੱਚ ਸਾਨੂੰ ਕੀ ਦਿਖਦਾ ਹੈ? ਤਲ ਦੇ ਵਿੱਚ ਸਾਨੂੰ ਜਿਹੜੇ ਪਾਵੇ ਨੇ ਉਹ ਇਸ ਫੱਟੀ ਦੇ
ਇਸ ਸਥਾਨ 'ਤੇ ਅਦ੍ਰਿਸ਼ ਰੂਪ ਦੇ ਵਿੱਚ ਨਜ਼ਰ ਆਉਣਗੇ, ਭਾਵ ਸਾਨੂੰ ਦਿਸ ਨਹੀਂ ਰਹੇ, ਪਾਵੇ ਲੱਗੇ ਹੋਏ ਹਨ। ਇਸ ਲਈ ਅਸੀਂ ਤਲ ਦੇ ਵਿੱਚ ਇਸ ਤਰ੍ਹਾਂ ਦਾਣੇਦਾਰ ਰੇਖਾ ਖੰਡ ਲਾਵਾਂਗੇ। ਇਸ ਦਾ ਪ੍ਰੋਜੈਕਸ਼ਨ ਅਸੀਂ ਉੱਪਰੋਂ ਲੈ ਸਕਦੇ ਹਾਂ। ਜੇਕਰ ਅਸੀਂ ਥੋੜ੍ਹਾ ਜਿਹਾ ਧਿਆਨ ਦੇਈਏ ਤਾਂ ਪਲਾਨ ਦੀਆਂ ਕੁਝ ਫੱਟੀਆਂ ਅਸੀਂ ਐਲੀਵੇਸ਼ਨ ਦੇ ਨਾਲ ਲਾ ਸਕਦੇ ਹਾਂ। ਇਹ ਸਾਨੂੰ ਅਭਿਆਸ ਦੇ ਨਾਲ ਪਤਾ ਲੱਗ ਜਾਵੇਗਾ। ਅਸੀਂ ਤਲ ਵੀ ਪੂਰਾ ਕਰ ਦਿੱਤਾ ਹੈ। ਤਲ ਦੇ ਵਿੱਚ ਸਾਨੂੰ ਆਹ ਪਾਵੇ ਨੇ ਜਿਹੜੇ ਇਹ ਦ੍ਰਿਸ਼ ਰੂਪ ਦੇ ਵਿੱਚ ਦਿਖਦੇ ਹਨ, ਇਸ ਲਈ ਅਸੀਂ ਦਾਣੇਦਾਰ ਰੇਖਾ ਖੰਡ ਲਾ ਦਿੱਤੀ ਹੈ। ਸਕੇਲ ਸਾਡੀ ਤਕਰੀਬਨ ਪੂਰੀ ਹੈ। ਹੁਣ ਅਸੀਂ ਇਸ ਵਿੱਚ ਲੋੜੀਂਦੀਆਂ ਫਰਮਾਇਸ਼ਾਂ ਲਿਖਾਂਗੇ। ਉਚਾਈ ਸਾਂਝੇ ਰੂਪ ਵਿੱਚ ਲਿਖੋ, ਭਾਵ ਐਲੀਵੇਸ਼ਨ ਅਤੇ ਸਾਈਡ ਵਿੱਚੋਂ ਪੜ੍ਹੀ ਜਾ ਸਕੇ। ਫਾਲਤੂ ਸਥਾਨ ਦੇ ਬਿਲਕੁਲ ਵਿਚਕਾਰ ਲਿਖਣੀ ਹੈ। ਉਚਾਈ ਸਾਡੀ 15 ਸੈਂਟੀਮੀਟਰ ਹੈ। ਇਸੇ ਤਰ੍ਹਾਂ ਹੀ ਪਲਾਨ ਦੀ ਫਰਮਾਇਸ਼ ਲਿਖੋ। ਚੌੜਾਈ ਹੈ ਜੋ ਕਿ ਸਾਡੇ ਕੋਲੇ 30 ਸੈਂਟੀਮੀਟਰ ਹੈ। एलिवेशन की लंबाई लंबाई साड़ी 60 सेंटीमीटर है। चौड़ाई साड़ी 30 सेंटीमीटर है। पट्टी साड़ी 2 सेंटीमीटर है। पावे साढ़े 5 सेंटीमीटर हैं।
ਹੁਣ ਅਸੀਂ ਪੈਮਾਨਾ ਬਣਾਵਾਂਗੇ। ਪੈਮਾਨਾ ਹੇਠਲੇ ਫਾਲਤੂ ਸਥਾਨ ਵਿੱਚ ਬਣਾਇਆ ਜਾ ਸਕਦਾ ਹੈ। ਇੱਕ ਰੇਖਾ ਖੰਡ ਲਾਓ, ਉਸਦੇ ਸਮਾਨ ਅੰਤਰ ਅੱਧੇ ਸੈਂਟੀਮੀਟਰ ਤੇ ਦੂਸਰਾ ਰੇਖਾ ਖੰਡ ਲਾਓ। 1 ਸੈਂਟੀਮੀਟਰ ਦੀ ਦੂਰੀ ਤੇ ਤੀਸਰਾ ਰੇਖਾ ਖੰਡ ਲਾਓ। नब्बे डिग्री ते रेखा खंड लाओ। 1 सेंटीमीटर दे निशान लाओ। 1 2 3 4 5। नब्बे डिग्री ते रेखा खंड लाओ। 1 सेंटीमीटर की दूरी ते 90 डिग्री ते रेखा खंड लाओ। पहले भाग से 0 लिखो ਅਤੇ 5 0 ਤੋਂ 5 10 15 20 25 30 35 40 45 50 55 60 इस तरह असी लिखना है। पहले दे 0 तो लैके 5 खब्बे हथ जाना है, 0 तो सज्जे हथ। पहले सेंटीमीटर नूं पहले भाग नूं 5 बराबर भागां विच वंडना है। न्यूनकोण रेखाखंड लाओ।
ਰੇਖਾ ਖੰਡ ਦੇ 5 ਬਰਾਬਰ ਭਾਗ ਕੱਟੋ। ਸਮਾਨਾਂਤਰ ਲਾਈਨਾਂ ਲਾਓ। ਪਹਿਲੇ ਸੈਂਟੀਮੀਟਰ ਨੂੰ 5 ਬਰਾਬਰ ਭਾਗਾਂ ਵਿੱਚ ਵੰਡੋ। स्केल एक सेंटीमीटर बराबर है 5 सेंटीमीटर के। स्केल 1 सेंटीमीटर बराबर है 5 सेंटीमीटर। उपरले फालतू स्थान के बिल्कुल विचकार इस तरह असी एलिवेशन, साइड प्लान अखर लिख सकते हाँ।